बाप अते बेटा अते रूह पाक दे नाम ते आमीन। ऐ पाक खुदा तू कर दे दया, ऐ पाक खुदा तू कर दे दया, ऐ पाक खुदा तू कर दे दया, मैनू ऐना काबिल बना। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। तेरे पैदा नू जान सका, तेरे पैदा नू जान सका। प्यारे बच्चिओ, ਅੱਜ ਅਸੀਂ ਤੁਹਾਡੀ ਪਾਠ ਪੁਸਤਕ ਦੇ ਪਾਠ 8 ਵਿੱਚ ਮਸੀਹੀ ਜੀਵਨ ਅਤੇ ਸੰਚਾਰ ਮਾਧਿਅਮ ਦੇ ਬਾਰੇ ਪੜ੍ਹਾਂਗੇ। ਸੰਚਾਰ ਮਾਧਿਅਮ ਇੱਕ ਅਜਿਹਾ ਮਾਧਿਅਮ ਹੈ ਜੋ ਅੱਜ ਹਰ ਇੱਕ ਦੇ ਘਰ ਤੱਕ ਪਹੁੰਚ ਚੁੱਕਾ ਹੈ। ਨਵੀਂ ਜਾਣਕਾਰੀ ਸਾਨੂੰ ਸੰਚਾਰ ਮਾਧਿਅਮ ਦੁਆਰਾ ਹੀ ਮਿਲਦੀ ਹੈ। ਆਓ ਅਸੀਂ ਦੇਖੀਏ ਕਿ ਸੰਚਾਰ ਮਾਧਿਅਮ ਕਿਸ ਤਰ੍ਹਾਂ ਸਾਡੇ ਘਰਾਂ ਤੱਕ ਸਾਡੇ ਜੀਵਨ ਦੇ ਵਿੱਚ ਪਹੁੰਚਿਆ ਤੇ ਇਹ ਸਾਡੇ ਜੀਵਨ ਦੇ ਵਿੱਚ ਕੀ ਕੰਮ ਕਰਦਾ ਹੈ, ਮਸੀਹੀ ਜ਼ਿੰਦਗੀ ਦੇ ਵਿੱਚ ਇਹ ਕੀ ਕੰਮ ਕਰ ਸਕਦਾ ਹੈ ਜਿਸ ਨਾਲ ਕਿ ਸਾਡਾ ਜੀਵਨ ਹੋਰ ਅੱਗੇ ਵਧ ਸਕੇ। ਸੰਚਾਰ ਮਾਧਿਅਮ ਆਧੁਨਿਕ ਮਨੁੱਖ ਦਾ ਹਮਸਫ਼ਰ ਹੈ। ਇਹ ਉਸ ਖੁੱਲ੍ਹੀ ਖਿੜਕੀ ਦੀ ਤਰ੍ਹਾਂ ਹੈ ਜਿਸ ਵਿੱਚੋਂ ਮਨੁੱਖੀ ਵਿਚਾਰਾਂ ਤੇ ਭਾਵਨਾਵਾਂ ਦਾ ਦਿਨ ਰਾਤ ਆਦਾਨ ਪ੍ਰਦਾਨ ਹੁੰਦਾ ਰਹਿੰਦਾ ਹੈ। ਅੱਜ ਦੇ ਸੰਚਾਰ ਦੇ ਮਾਧਿਅਮ ਵਿੱਚ ਹਰ ਇੱਕ ਦ੍ਰਿਸ਼ ਤੇ ਘਟਨਾ ਨੂੰ ਜਲਦੀ, ਸਾਫ਼ ਸੁਥਰਾ ਤੇ ਆਕਰਸ਼ਿਤ ਢੰਗ ਨਾਲ ਪੇਸ਼ ਕਰਨਾ ਇੱਕ ਮੁਕਾਬਲਾ ਬਣ ਚੁੱਕਾ ਹੈ। ਅੱਜ ਕੱਲ੍ਹ ਦੇ ਸੰਚਾਰ ਮਾਧਿਅਮ ਨੇ ਮਨੁੱਖ ਦੀ ਚੰਦਰਮਾ ਤੋਂ ਧਰਤੀ ਤੱਕ ਦੀ ਦੂਰੀ ਨੂੰ 4 ਮੇਜ਼ ਤੋਂ ਕੰਪਿਊਟਰ ਤੱਕ ਦੀ ਦੂਰੀ ਵਿੱਚ ਤਬਦੀਲ ਕਰ ਦਿੱਤਾ ਹੈ। ਇਹ ਸੰਚਾਰ ਮਾਧਿਅਮ ਬਹੁਤ ਵਿਸ਼ਾਲ ਹੈ। ਜਿਵੇਂ ਕਿ ਲਿਖਿਤ ਰੂਪ ਵਿੱਚ ਕਿਤਾਬਾਂ, ਛਾਪਾਖਾਨਾ, ਅਖਬਾਰਾਂ ਤੇ ਇਸ਼ਤਿਹਾਰ ਤੇ ਦੇਖਣ ਤੇ ਸੁਣਨ ਵਾਲੇ ਯੰਤਰਾਂ ਵਿੱਚ ਰੇਡੀਓ, ਫੋਨ, ਟੈਲੀਵਿਜ਼ਨ, ਸਿਨੇਮਾ ਅਤੇ ਕੰਪਿਊਟਰ, ਇੰਟਰਨੈਟ, ਈਮੇਲ ਆਦਿ ਸ਼ਾਮਲ ਹਨ। ਇੰਟਰਨੈਟ ਜੰਤਰ ਤਕਨੀਕੀ ਖੇਤਰ ਵਿੱਚ ਬਹੁਤ ਵੱਡਾ ਧਮਾਕਾ ਹੈ। ਕੁਝ ਸਮਾਂ ਪਹਿਲਾਂ ਅਸੀਂ ਇੰਟਰਨੈਟ ਤੋਂ ਅਣਜਾਣ ਸਾਂ। ਇਸ ਨੇ ਸਾਰੀ ਦੁਨੀਆ ਨੂੰ ਇੱਕ ਬੈਠਕ ਤੱਕ ਸੀਮਿਤ ਕਰ ਦਿੱਤਾ ਹੈ। ਇੰਟਰਨੈਟ ਨੇ ਸਾਨੂੰ ਅਖਬਾਰਾਂ ਪੜ੍ਹਨ ਤੇ ਲਾਇਬ੍ਰੇਰੀ ਵਿੱਚ ਜਾ ਕੇ ਦੂਜੇ ਦੇਸ਼ਾਂ ਨਾਲ ਸੰਬੰਧਿਤ ਕਿਤਾਬਾਂ ਪੜ੍ਹਨ ਤੇ ਟਿਕਟਾਂ ਖਰੀਦਣ ਆਦਿ ਵਿੱਚ ਅਯੋਗ ਬਣਾ ਦਿੱਤਾ ਹੈ। ਸੰਚਾਰ ਮਾਧਿਅਮ ਦੇ ਉਦੇਸ਼। ਸੰਚਾਰ ਮਾਧਿਅਮ ਦੇ 3 ਉਦੇਸ਼ ਹਨ: ਜਾਣਕਾਰੀ ਦੇਣਾ, ਦੂਸਰਾ ਸਿਖਾਉਣਾ ਅਤੇ ਤੀਸਰਾ ਮਨੋਰੰਜਨ ਕਰਨਾ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਇਸ ਦਾ ਉਦੇਸ਼ ਜਾਣਕਾਰੀ। ਅੱਜ ਦਾ ਸੰਚਾਰ ਮਾਧਿਅਮ ਘਟਨਾਵਾਂ ਦੀ ਜਾਣਕਾਰੀ ਮੌਕੇ 'ਤੇ ਦਿੰਦਾ ਹੈ। ਕੋਈ ਵੀ ਖਬਰ ਇੰਨੀ ਪੁਰਾਣੀ ਨਹੀਂ ਹੁੰਦੀ ਬਿਨਾਂ ਕਿਸੇ ਦੇਰੀ ਦੇ ਸੰਚਾਰ ਮਾਧਿਅਮ ਵਾਪਰਨ ਵਾਲੀ ਕਿਸੇ ਵੀ ਘਟਨਾ ਨੂੰ ਮਿੰਟਾਂ ਵਿੱਚ ਲੋਕਾਂ ਤੱਕ ਪਹੁੰਚਾ ਦਿੰਦਾ ਹੈ। ਇਸ ਰਾਹੀਂ ਅਸੀਂ ਜ਼ਿੰਦਗੀ ਦਾ ਪੂਰਾ ਦ੍ਰਿਸ਼ ਦੇਖ ਸਕਦੇ ਹਾਂ। ਮਨੁੱਖ ਦਾ ਇਹ ਫਰਜ਼ ਬਣਦਾ ਹੈ ਕਿ ਉਹ ਸੰਚਾਰ ਮਾਧਿਅਮ ਦੇ ਇਸ ਖੁੱਲ੍ਹੇ ਗਿਆਨ ਭੰਡਾਰ ਨੂੰ ਸੁਚਾਰੂ ਤੇ ਧਿਆਨ ਨਾਲ ਵਰਤੇ। ਦੂਜੇ ਸਿੱਖਿਆ ਵਿੱਚ ਇਹ ਸਾਨੂੰ ਇਹ ਦੱਸਦਾ ਹੈ ਕਿ ਇਸ ਨੂੰ ਵਰਤਣ ਵਾਲੇ
ਖਾਸ ਕਰਕੇ ਨੌਜਵਾਨ ਆਪਣੇ ਆਪ ਨੂੰ ਕਾਬੂ ਵਿੱਚ ਰੱਖ ਕੇ ਤੇ ਸਵੈ ਅਨੁਸ਼ਾਸਨ ਵਿੱਚ ਰਹਿ ਕੇ ਇਸ ਨੂੰ ਵਰਤਣ। ਉਹ ਹੀ ਦੇਖਦੇ ਕੀ ਸੁਣਦੇ ਹਨ, ਇਸ ਦੀ ਵਰਤੋਂ ਕਰਨ ਲਈ ਆਓ ਉਹਨਾਂ ਨੂੰ ਗਿਆਨ ਦਈਏ। ਇਸ ਬਾਰੇ ਸਹੀ ਫੈਸਲਾ ਲੈਣ ਲਈ ਉਹਨਾਂ ਨੂੰ ਆਪਣੇ ਅਧਿਆਪਕਾਂ ਤੇ ਤਜਰਬੇਕਾਰਾਂ ਤੋਂ ਸਲਾਹ ਲੈਣੀ ਚਾਹੀਦੀ ਹੈ। ਦੂਸਰਾ, ਸਿੱਖਿਆ ਦੇਣਾ। ਸੰਚਾਰ ਮਾਧਿਅਮ ਦਾ ਦੂਜਾ ਉਦੇਸ਼ ਸਿੱਖਿਆ ਦੇਣਾ ਹੈ। ਚਾਹੇ ਸੰਚਾਰ ਮਾਧਿਅਮ ਇੱਕ ਅਧਿਆਪਕ ਦਾ ਸਥਾਨ ਨਹੀਂ ਲੈ ਸਕਦਾ, ਪਰ ਫਿਰ ਵੀ ਉਹ ਸਕੂਲ ਤੋਂ ਪ੍ਰਾਪਤ ਕੀਤੀ ਜਾਣਕਾਰੀ ਦਾ ਵਿਕਾਸ ਤੇ ਵਾਧਾ ਕਰਦਾ ਹੈ। ਸੰਚਾਰ ਮਾਧਿਅਮ ਇੱਕ ਚੰਗਾ ਗੁਰੂ ਨਹੀਂ ਬਣ ਸਕਦਾ ਕਿਉਂਕਿ ਉਹ ਉਹਨਾਂ ਦੇ ਚਰਿੱਤਰ ਦੀਆਂ ਕਮੀਆਂ ਤੇ ਅਛਾਈਆਂ ਨੂੰ ਪਹਿਚਾਣ ਨਹੀਂ ਸਕਦਾ। ਸੰਚਾਰ ਮਾਧਿਅਮ ਉਹਨਾਂ ਸਾਹਮਣੇ ਗਿਆਨ ਦਾ ਬਹੁਤ ਵਿਸ਼ਾਲ ਭੰਡਾਰ ਖੋਲ੍ਹ ਕੇ ਰੱਖਦਾ ਹੈ। ਇਹ ਵਿਗਿਆਨ ਵਿੱਚ ਆਉਣ ਵਾਲੀਆਂ ਤਬਦੀਲੀਆਂ ਤੋਂ ਜਾਗਰੂਕ ਕਰਵਾਉਂਦਾ ਹੈ। ਤੀਸਰਾ, ਮਨੋਰੰਜਨ ਦਾ ਸਾਧਨ। ਸੰਚਾਰ ਮਾਧਿਅਮ ਮਨੋਰੰਜਨ ਵਿੱਚ ਵੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਵਿਅਸਤ ਜ਼ਿੰਦਗੀ ਵਿੱਚ ਕੁਝ ਪਲ ਆਰਾਮ ਦੇ ਵੀ ਜ਼ਰੂਰੀ ਹਨ। ਕਿਸੇ ਵੀ ਦੇਸ਼ ਦੇ ਮਨੋਰੰਜਨ ਦੇ ਸਾਧਨ ਜਿਵੇਂ ਕਿ ਨਾਟਕ, ਨਾਚ ਤੇ ਸਿਨੇਮਾ ਉਸ ਦੇਸ਼ ਦੇ ਸੱਭਿਆਚਾਰ ਨੂੰ ਦਰਸਾਉਂਦੇ ਹਨ। ਦੂਜੇ ਦੇਸ਼ਾਂ ਦੇ ਸੱਭਿਆਚਾਰ ਨੂੰ ਦਿਖਾ ਕੇ ਸੰਚਾਰ ਮਾਧਿਅਮ ਇੱਕ ਰਾਜਦੂਤ ਦੀ ਭੂਮਿਕਾ ਨਿਭਾਉਂਦਾ ਹੈ। ਅੱਜ ਵਿਸ਼ਵੀਕਰਨ ਦੇ ਸਮੇਂ ਵਿੱਚ ਜਦੋਂ ਸੰਸਾਰ ਇੱਕ ਛੋਟੇ ਦਾਇਰੇ ਵਿੱਚ ਸਿਮਟ ਗਿਆ ਹੈ, ਉਸ ਸਮੇਂ ਸੰਚਾਰ ਮਾਧਿਅਮ ਦਾ ਇਹ ਫਰਜ਼ ਬਣਦਾ ਹੈ ਕਿ ਉਹ ਸੰਸਾਰ ਦੇ ਹਰ ਦੇਸ਼ ਦੇ ਅਸਲੀ ਸੱਭਿਆਚਾਰ ਨੂੰ ਪੂਰਨ ਸ਼ੁੱਧਤਾ ਨਾਲ ਪ੍ਰਗਟ ਕਰੇ। ਬੱਚਿਓ, ਇਸ ਦੇ ਨਾਲ ਨਾਲ ਸੰਚਾਰ ਮਾਧਿਅਮ ਦੇ ਕੁਝ ਨਕਾਰਾਤਮਕ ਪ੍ਰਭਾਵ ਵੀ ਹਨ ਜਿਨ੍ਹਾਂ ਤੋਂ ਅਸੀਂ ਬਚ ਕੇ ਰਹਿਣਾ ਹੈ। ਆਓ ਦੇਖੀਏ ਇਹਦੇ ਨਕਾਰਾਤਮਕ ਪ੍ਰਭਾਵ ਕੀ ਹਨ। ਦੂਰਦਰਸ਼ਨ ਮਾਧਿਅਮ ਮਨੁੱਖੀ ਦਿਮਾਗ ਨੂੰ ਜ਼ਿੰਦਗੀ ਪ੍ਰਤੀ ਚੰਗੀ ਸੋਚ ਅਤੇ ਸੇਧ ਦੇ ਸਕਦਾ ਹੈ। ਜ਼ਿੰਦਗੀ ਨਾਲ ਸੰਘਰਸ਼ ਕਰਦੇ ਹੋਏ ਹਤਾਸ਼ ਹੋਏ ਲੋਕ ਕਲਾ, ਸਾਹਿਤ ਅਤੇ ਸੰਗੀਤ ਨਾਲ ਆਪਣੀ ਜ਼ਿੰਦਗੀ ਨੂੰ ਖੁਸ਼ਨੁਮਾ ਬਣਾ ਸਕਦੇ ਹਨ। ਸੰਚਾਰ ਮਾਧਿਅਮ ਤੋਂ ਇਲਾਵਾ ਸਮਾਜ ਦੇ ਲੋਕਾਂ ਨੇ ਸਮੇਂ ਸਿਰ ਨਵੀਆਂ ਚੀਜ਼ਾਂ ਬਾਰੇ ਜਾਣਕਾਰੀ ਹੋਰ ਕੌਣ ਦੇ ਸਕਦਾ ਹੈ, ਪਰ ਇਹ ਆਪਣੇ ਅਸਲੀ ਉਦੇਸ਼ ਤੋਂ ਪਿੱਛੇ ਹੋ ਰਿਹਾ ਹੈ। ਜਦੋਂ ਇਸ ਮਾਧਿਅਮ ਵਿੱਚ ਵਪਾਰਕ ਹਿੱਤ ਆਪਣੀਆਂ ਹੱਦਾਂ ਤੋਂ ਪਾਰ ਹੋ ਜਾਂਦੇ ਹਨ ਤਾਂ ਫਿਰ ਅਨੈਤਿਕਤਾ ਤੇ ਅਸੁਰੱਖਿਅਤਾ ਸਮਾਜ ਵਿੱਚ ਜਨਮ ਲੈਂਦੀ ਹੈ। ਇਸ ਮਾਧਿਅਮ ਨੇ ਸਮਾਜਿਕ ਢਾਂਚੇ ਨੂੰ ਨਸ਼ਟ ਕਰਨ ਵਿੱਚ ਬਹੁਤ ਮਹੱਤਵਪੂਰਨ ਰੋਲ ਨਿਭਾਇਆ ਹੈ। ਜੇਕਰ ਸੰਚਾਰ ਮਾਧਿਅਮ ਭੋਜਨ, ਕੱਪੜੇ, ਭਾਸ਼ਾ ਅਤੇ ਵਿਸ਼ਵਾਸ 'ਤੇ ਕਾਬੂ ਪਾ ਲੈਂਦਾ ਹੈ ਤਾਂ ਉਹ ਸੱਭਿਆਚਾਰ ਨੂੰ ਦਰਸਾ ਸਕਦਾ ਹੈ। ਸੰਚਾਰ ਮਾਧਿਅਮ ਦੁਆਰਾ ਦਿਖਾਈਆਂ ਗਈਆਂ ਸਮਾਜਿਕ ਸਿੱਖਿਆਵਾਂ ਮਨੁੱਖੀ ਕਾਮ ਵਾਸ਼ਨਾਵਾਂ ਨੂੰ ਇਸ 'ਤੇ ਦਰਸਾਈਆਂ ਮਸ਼ਹੂਰੀਆਂ ਮਨੁੱਖੀ ਨੈਤਿਕਤਾ ਖਤਮ ਕਰ ਰਹੀਆਂ ਹਨ। ਅੱਜ ਦਾ ਸੰਚਾਰ ਮਾਧਿਅਮ ਆਪਣੇ ਰਾਹੀਂ ਮਨੁੱਖਾਂ ਵਿੱਚ ਪਵਿੱਤਰ ਭਾਵਨਾਵਾਂ ਦੀ ਥਾਂ ਪਸ਼ੂ ਬਿਰਤੀ ਵਾਲੇ ਪਾਸੇ ਵਿਚਾਰ ਪੈਦਾ ਕਰ ਰਿਹਾ ਹੈ। ਸੰਚਾਰ ਮਾਧਿਅਮ ਦਾ ਪ੍ਰੀਖਣ ਕਿਸ ਤਰ੍ਹਾਂ ਕੀਤਾ ਜਾਵੇ? ਮਨੁੱਖ ਦੀ ਜ਼ਿੰਦਗੀ 'ਚੋਂ ਸੰਚਾਰ ਮਾਧਿਅਮ ਦੇ ਸਥਾਨ ਤੇ ਮਹੱਤਤਾ ਨੂੰ ਕੋਈ ਵੀ ਨਕਾਰ ਨਹੀਂ ਸਕਦਾ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਸੰਚਾਰ ਮਾਧਿਅਮ ਜਿਹੜੇ ਵਿਚਾਰ ਦਿੰਦਾ ਹੈ ਉਹ ਸਵੀਕਾਰ ਕਰਨ ਦੇ ਯੋਗ ਹੋਣ। ਇਸ ਦੁਆਰਾ ਦਿੱਤੇ ਵਿਚਾਰ ਮਨੁੱਖੀ ਦਿਮਾਗ ਤੇ ਕਾਲਪਨਿਕ ਸ਼ਕਤੀ ਨੂੰ ਵਧਾਉਂਦੇ ਹਨ। ਉਸ ਸਮੇਂ ਇਹ ਮਨੁੱਖੀ ਸੋਚ ਵਿੱਚ ਸ਼ੈਤਾਨੀ ਵਿਚਾਰਾਂ ਨੂੰ ਫੈਲਾਉਂਦੇ ਹਨ। ਸਿਨੇਮਾ, ਨਾਟਕ ਤੇ ਹੋਰ ਸਾਧਨ ਸਿਰਫ ਨਾਵਲ, ਕਹਾਣੀਆਂ, ਟੀਵੀ ਚੈਨਲ ਅਤੇ ਦੇਖਣ ਸੁਣਨ ਵਾਲੇ ਮਾਧਿਅਮ, ਆਧੁਨਿਕ ਤਕਨੀਕ ਵਾਲੇ ਮੋਬਾਈਲ ਫੋਨ ਤੇ ਇੰਟਰਨੈਟ ਸਿਰਫ ਜਵਾਨਾਂ ਤੇ ਬੱਚਿਆਂ ਨੂੰ ਹੀ ਨਹੀਂ ਸਗੋਂ ਵੱਡਿਆਂ ਨੂੰ ਵੀ ਆਪਣੀ ਰਾਹ ਤੋਂ ਭਟਕਾਉਂਦੇ ਹਨ। ਮੀਡੀਆ ਰਾਹੀਂ ਕਈ ਬੁਰਾਈਆਂ ਜਿਵੇਂ ਹਿੰਸਾ, ਸ਼ਰਾਬ ਪੀਣੀ, ਅਨੈਤਿਕਤਾ, ਸਰੀਰਕ ਸ਼ੋਸ਼ਣ, ਆਤਮਘਾਤ ਕਰਨ ਦੀ ਪ੍ਰਵਿਰਤੀ ਵਿੱਚ ਬਹੁਤ ਵਾਧਾ ਕਰ ਰਹੀ ਹੈ। ਇਸ ਤਰ੍ਹਾਂ ਸਾਨੂੰ ਇਸ ਮਾਧਿਅਮ ਨੂੰ ਆਲੋਚਨਾ ਵਾਲੇ ਪੱਖ ਤੋਂ ਦੇਖਣਾ ਚਾਹੀਦਾ ਹੈ। ਦੇਖਣ ਤੇ ਸੁਣਨ ਵਾਲੇ ਮਾਧਿਅਮ ਦੀ ਵਰਤੋਂ ਕਰਨ ਵਾਲਿਆਂ ਨੂੰ ਇਸ ਦੀਆਂ ਚੰਗੀਆਂ ਤੇ ਬੁਰੀਆਂ ਗੱਲਾਂ ਨੂੰ ਦੇਖ ਕੇ ਵਰਤਣਾ ਚਾਹੀਦਾ ਹੈ। ਕਿਸੇ ਵੀ ਚੀਜ਼ ਦੀ ਅੱਛਾਈ ਜਾਂ ਬੁਰਾਈ ਨੂੰ ਨਾਪਣਾ ਇੱਕ ਈਸਾਈ ਵਾਸਤੇ ਸੌਖਾ ਹੈ। ਮਾਪਿਆਂ, ਅਧਿਆਪਕਾਂ
ਸਮਾਜ ਅਤੇ ਧਾਰਮਿਕ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਹਨਾਂ ਨੂੰ ਜਾਗਰੂਕ ਕਰਨ ਕਿ ਕਿਹੜੇ ਪ੍ਰੋਗਰਾਮ ਚਾਹੀਦੇ ਹਨ ਅਤੇ ਕਿਹੜੇ ਨਹੀਂ। ਜੇਕਰ ਅਸੀਂ ਆਪਣੇ ਜ਼ਰੂਰੀ ਕੰਮਾਂ ਤੇ ਖੁਦਾ ਦੀ ਆਰਾਧਨਾ ਨੂੰ ਛੱਡ ਕੇ ਆਪਣਾ ਕੀਮਤੀ ਸਮਾਂ ਛੱਡ ਕੇ ਜਿੰਨਾ ਸਮਾਂ ਗਿਆਨ ਵਧਾਉਣ ਵਾਲੇ ਪ੍ਰੋਗਰਾਮਾਂ ਵੱਲ ਲਾਈਏ, ਇਸ ਨਾਲ ਸਾਡੀ ਜ਼ਿੰਦਗੀ ਸਫਲ ਨਹੀਂ ਹੋ ਸਕਦੀ। ਮੀਡੀਆ ਇਨਸਾਨ ਦੀ ਭਾਵਨਾਵਾਂ ਉੱਤੇ ਵੀ ਬਹੁਤ ਅਸਰ ਪਾਉਂਦਾ ਹੈ। ਸਮਾਜ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਇਹੋ ਜਿਹਾ ਸਾਹਿਤ ਤੇ ਕਲਾ ਨੂੰ ਪ੍ਰੇਰਿਤ ਕਰੇ ਜਿਸ ਨਾਲ ਮਨੁੱਖ ਆਪਣੀਆਂ ਬੁਰਾਈਆਂ ਤੇ ਜਿੱਤ ਪਾ ਸਕੇ। ਮਨੁੱਖ ਦਾ ਉਦੇਸ਼ ਪਰਮਾਤਮਾ ਦੀ ਆਰਾਧਨਾ ਤੇ ਇਨਸਾਨੀਅਤ ਦਾ ਭਲਾ ਕਰਨਾ ਹੋਣਾ ਚਾਹੀਦਾ ਹੈ। ਇਸ ਲਈ ਕਲੀਸਿਆ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸਾਹਿਤ ਤੇ ਕਲਾ ਨੂੰ ਅੱਗੇ ਵਧਾਵੇ। ਮੀਡੀਆ ਅਤੇ ਸਮਾਜਿਕ ਸਮਝੌਤਾ। ਅੱਜ ਕੱਲ੍ਹ ਦਾ ਮਨੁੱਖ ਸੰਚਾਰ ਦੇ ਸਾਧਨਾਂ ਤੋਂ ਬਹੁਤ ਪ੍ਰਭਾਵਿਤ ਹੈ। ਮੀਡੀਆ ਦੀ ਸਮਾਜਿਕ ਜ਼ਿੰਮੇਵਾਰੀ ਬਹੁਤ ਜ਼ਰੂਰੀ ਹੈ। ਇਸ ਕਰਕੇ ਜੋ ਇਹਨਾਂ ਦੇ ਕੰਮਾਂ ਨਾਲ ਸੰਬੰਧਿਤ ਹਨ, ਉਹਨਾਂ ਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਮੀਡੀਆ ਨੂੰ ਉਹਨਾਂ ਚੀਜ਼ਾਂ ਲਈ ਤਿਆਰ ਰਹਿਣਾ ਚਾਹੀਦਾ ਹੈ ਜਿਹੜੀਆਂ ਸਮਾਜਿਕ ਨੈਤਿਕਤਾ ਦੇ ਖਿਲਾਫ ਹਨ। ਜੇ ਅਸੀਂ ਇਹਨਾਂ ਤੋਂ ਦੂਰ ਨਹੀਂ ਰਹਿ ਸਕਦੇ ਤਾਂ ਸਾਨੂੰ ਇਹਨਾਂ ਤੇ ਕਾਬੂ ਪਾਉਣਾ ਚਾਹੀਦਾ ਹੈ। ਉਹਨਾਂ ਲੋਕਾਂ ਦੀ ਆਤਮਾ ਨੂੰ ਜਾਗਰਿਤ ਕਰਨਾ ਜਿਹੜੇ ਵਹਿਮਾਂ ਭਰਮਾਂ, ਹਿੰਸਾ, ਕਰੂਰਤਾ ਵਿੱਚ ਫਸੇ ਹੋਏ ਹਨ। ਉਹਨਾਂ ਦੀ ਆਤਮਾ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ ਜਾਗਰੂਕ ਕਰਨਾ। ਸਵਾਰਥੀ ਲੋਕ ਜੋ ਆਪਣੇ ਸਵਾਰਥ ਲਈ ਮੀਡੀਆ ਦੀ ਵਰਤੋਂ ਕਰਦੇ ਹਨ, ਉਹਨਾਂ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ। ਮੀਡੀਆ ਦੀ ਸੱਚਾਈ ਨੂੰ ਇਸ ਤਰ੍ਹਾਂ ਪੇਸ਼ ਕਰਨਾ ਚਾਹੀਦਾ ਹੈ ਜਿਸ ਨਾਲ ਸਮਾਜ ਖੁਸ਼ਹਾਲ ਹੋ ਸਕੇ। ਮੀਡੀਆ ਦੀ ਵਰਤੋਂ ਇਸ ਤਰ੍ਹਾਂ ਹੋਣੀ ਚਾਹੀਦੀ ਹੈ, ਇਸ ਤਰੀਕੇ ਨਾਲ ਇਸ ਨੂੰ ਵਰਤੋਂ ਵਿੱਚ ਲਿਆਂਦਾ ਜਾਵੇ। ਸਮਾਜਿਕ ਨੈਤਿਕਤਾ ਤੇ ਮੀਡੀਆ ਦੂਜੀ ਕੌਂਸਲ ਦੁਆਰਾ ਤਕਨੀਕੀ ਕਾਢ ਦੇ ਖੋਜ ਪਰਮਾਤਮਾ ਦੇ ਵਰਦਾਨ ਹਨ। ਜੇ ਅਸੀਂ ਮੀਡੀਆ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੀਏ ਤਾਂ ਉਹ ਸਮਾਜ ਲਈ ਇੱਕ ਅਨਮੋਲ ਖਜ਼ਾਨਾ ਹਨ। ਖੁਦਾ ਦੇ ਰਾਜ ਦੀ ਘੋਸ਼ਣਾ ਲਈ ਮੀਡੀਆ ਬਹੁਤ ਸਹਾਈ ਹੈ। ਇਸ ਨੂੰ ਵਰਤੀਏ, ਨਾ ਕਿ ਇਸ ਤੋਂ ਦੂਰ ਭੱਜੀਏ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਸਾਡੇ ਲਈ ਕਿੰਨਾ ਵਧੀਆ ਤੇ ਵਰਤੋਂ ਵਾਲਾ ਹੈ। ਮੀਡੀਆ ਤੋਂ ਦੂਰ ਰਹਿਣਾ ਇੱਕ ਛੋਟੀ ਸੋਚ ਹੈ। ਕਲੀਸਿਆ ਦੇ ਸਾਰੇ ਬੱਚਿਆਂ ਨੂੰ ਇਕੱਠੇ ਹੋ ਕੇ ਜੋਸ਼ ਨਾਲ ਮਾਸ ਮੀਡੀਆ ਦੀ ਭਰਪੂਰ ਵਰਤੋਂ, ਧਾਰਮਿਕ ਕਾਰਵਾਈਆਂ ਵਿੱਚ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ। ਸਾਨੂੰ ਜ਼ੋਰ ਦੇ ਕੇ ਸੋਚਣ ਦੀ ਲੋੜ ਹੈ ਕਿ ਸਮਾਜਿਕ ਕਦਰਾਂ ਕੀਮਤਾਂ ਵਿੱਚ ਕਿਸ ਤਰ੍ਹਾਂ ਮੀਡੀਆ ਧਾਰਮਿਕ ਵਿਚਾਰਾਂ ਨੂੰ ਜਾਗਰੂਕ ਕਰਦਾ ਹੈ। ਧਰਮ ਦੀ ਪਹਿਲੀ ਘੋਸ਼ਣਾ ਤੇ ਉਸ ਨੂੰ ਅੱਗੇ ਵਧਾਉਣ ਲਈ ਮੀਡੀਆ ਤੋਂ ਬਿਨਾਂ ਹੋਰ ਕੋਈ ਆਸਾਨ ਸਾਧਨ ਨਹੀਂ ਹੈ। ਅੰਜੀਲ ਦੀ ਘੋਸ਼ਣਾ ਕਰਨ ਲਈ ਅਤੇ ਮਨੁੱਖਾਂ ਨੂੰ ਹਮਦਰਦੀ ਦੇਣ ਲਈ ਅਖਬਾਰ, ਮੈਗਜ਼ੀਨ, ਰੇਡੀਓ, ਟੀਵੀ, ਸਿਨੇਮਾ, ਇੰਟਰਨੈਟ, ਮੋਬਾਈਲ ਆਦਿ ਦੀ ਭਰਪੂਰ ਵਰਤੋਂ ਕਰਨੀ ਚਾਹੀਦੀ ਹੈ। ਅੱਜ ਦੀ ਇਹ ਅਹਿਮ ਲੋੜ ਹੈ ਕਿ ਕਲੀਸਿਆ ਨੂੰ ਮੀਡੀਆ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਜੋ ਮਨੁੱਖਾਂ ਨੂੰ ਸਿੱਖਿਆਵਾਂ ਦੇ ਕੇ ਧਾਰਮਿਕ ਸੱਭਿਆਚਾਰਕ ਤਰੀਕੇ ਨਾਲ ਮਨੁੱਖ ਦਾ ਵਿਕਾਸ ਕਰ ਰਿਹਾ ਹੈ। ਇਸ ਤਰ੍ਹਾਂ ਮੀਡੀਆ ਈਸਾਈਆਂ ਦੀ ਜ਼ਿੰਦਗੀ ਨੂੰ ਵਧਾ ਫੁਲਾ ਰਿਹਾ ਹੈ। ਪਿਆਰੇ ਬੱਚਿਓ, ਇਹ ਸੀ ਕਿ ਮੀਡੀਆ ਸ਼ੁਭ ਸਮਾਚਾਰ ਦਾ ਸੰਦੇਸ਼ ਫੈਲਾਉਣ ਵਿੱਚ ਸਾਡੀ ਕਿਸ ਤਰ੍ਹਾਂ ਮਦਦ ਕਰ ਸਕਦਾ ਹੈ। ਉਮੀਦ ਹੈ ਕਿ ਤੁਸੀਂ ਮੀਡੀਆ ਨੂੰ ਇਸ ਚੰਗੇ ਕੰਮ ਦੇ ਲਈ ਵਰਤੋਂ ਵਿੱਚ ਲੈ ਕੇ ਆਵੋਗੇ।